ਹੈਲੋ। ਹਾਂਜੀ, ਨੈਕਸਟ ਜਿਹੜਾ ਆਪਣਾ ਟੌਪਿਕ ਹੈ ਬੱਚੇ ਉਹ ਆਪਣਾ ਕੀ ਹੈ, ਨਾਈਟ੍ਰੀਨਸ। ਠੀਕ ਹੈ, ਨਾਈਟ੍ਰੀਨਸ ਵੀ ਕੀ ਹੈ, ਜਿਵੇਂ ਆਪਾਂ ਕਾਰਬਨਸ ਕੀਤੀਆਂ ਸੀ ਬਿਲਕੁਲ ਸੇਮ ਤਰੀਕੇ ਨਾਲ ਹੈ। ਨਾਈਟ੍ਰੀਨ ਦੇ ਵਿੱਚ ਵੀ ਕੀ ਹੋਊਗਾ, ਨਾਈਟ੍ਰੋਜਨ ਦੇ ਉੱਤੇ ਕੀ ਹੋਣਗੇ, ਲੋਨ ਪੇਅਰਸ ਪਏ ਹੋਣਗੇ, ਤਾਂ ਉਹਨੂੰ ਆਪਾਂ ਕੀ ਬੋਲ ਦਾਂਗੇ, ਨਾਈਟ੍ਰੀਨ। ਇਹਦੇ ਐਗਜ਼ਾਮਪਲ ਹੈ ਹਾਈਡਰਾਜੋਇਕ ਐਸਿਡ ਨੂੰ ਮੈਂ ਸਨਲਾਈਟ ਦੀ ਪ੍ਰੈਜ਼ੈਂਸ ਦੇ ਵਿੱਚ ਰਿਐਕਟ ਕਰਾਇਆ, ਤੁਹਾਡੇ ਕੋਲ N2 ਅਤੇ ਕੀ ਬਣ ਗਿਆ, HN ਦੇ ਉੱਤੇ ਕੀ ਪਏ ਨੇ, ਲੋਨ ਪੇਅਰਸ ਪਏ ਨੇ। ਇੱਥੇ ਵੀ ਤੁਹਾਡੇ ਕੋਲ ਸਿੰਗਲੇਟ ਹੋਊਗੀ ਅਤੇ ਕਿਹੜੀ ਹੋਊਗੀ, ਟ੍ਰਿਪਲੇਟ ਹੋਊਗੀ। ਠੀਕ ਹੈ, ਆਪਾਂ ਫੋਰਮੇਸ਼ਨ ਆਫ ਨਾਈਟ੍ਰੀਨ ਕਰਦੇ ਹਾਂ ਅਤੇ ਇਸ ਤੋਂ ਬਾਅਦ ਇਹਨਾਂ ਦਾ ਕੀ ਕਰਦੇ ਹਾਂ, ਸਟਰਕਚਰ। ਫੋਰਮੇਸ਼ਨ ਦੇ ਵਿੱਚੋਂ ਇਹਦੇ ਕੋਈ ਵੀ ਦੋ ਰਿਐਕਸ਼ਨਸ ਦੇ ਵਿੱਚ ਕਰ ਲਿਓ, ਜਿਵੇਂ ਤੁਹਾਡੇ ਅਲਕਾਈਲ ਐਜ਼ਾਈਡ ਸੀ, ਇਹਨੇ ਆਪਣਾ ਇਲੈਕਟ੍ਰੋਨ ਲੈ ਲਿਆ, ਇਹਨੇ ਆਪਣਾ, ਅਤੇ ਤੁਹਾਡੇ ਕੋਲ ਕੀ ਬਣ ਗਿਆ, RN ਅਤੇ ਇੱਥੇ N2 ਬਣ ਗਿਆ। ਠੀਕ ਹੈ, ਇੱਥੇ ਤੁਹਾਡੇ ਕੋਲ ਐਲਕਾਈਲ ਆਈਸੋਸਾਈਡ ਨਾਲ ਇਹ ਕਰਨ ਦੀ ਜ਼ਰੂਰਤ ਨਹੀਂ ਹੈਗੀ, ਸਿਰਫ ਇਹਨਾਂ ਵਿੱਚੋਂ ਇੱਕ ਰਿਐਕਸ਼ਨ ਕਰ ਲਓ ਅਤੇ ਇੱਕ ਨੈਕਸਟ ਤੁਸੀਂ ਸਲਫੋਨਾਮਾਈਡ ਵਾਲੀ ਕਰ ਲਿਓ। ਠੀਕ ਹੈ, ਆਪਾਂ ਸਿੰਗਲੇਟ ਅਤੇ ਟ੍ਰਿਪਲੇਟ ਕਰਦੇ ਹਾਂ। ਸਿੰਗਲੇਟ ਦੇ ਵਿੱਚ ਕੀ ਹੁੰਦਾ, ਦੋ ਲੋਬਸ ਦੇ ਵਿੱਚ ਦੋ ਲੋਨ ਪੇਅਰ ਇਹਦੇ ਕੋਲ ਪਏ ਹੁੰਦੇ ਨੇ, ਦੋ ਲੋਨ ਪੇਅਰਸ ਇਹਦੇ ਕੋਲ ਪਏ ਹੁੰਦੇ ਨੇ। ਪਰ ਟ੍ਰਿਪਲੇਟ ਦੇ ਵਿੱਚ ਕੀ ਹੁੰਦਾ, ਦੋ ਲੋਬਸ ਦੇ ਵਿੱਚ ਤਾਂ ਇੱਕ ਲੋਨ ਪੇਅਰ ਪਿਆ ਹੁੰਦਾ, ਇੱਕ ਲੋਬ ਦੇ ਵਿੱਚ ਕੀ ਪਏ ਹੁੰਦੇ ਨੇ, ਕੰਪਲੀਟਲੀ ਦੋ ਲੋਨ ਪੇਅਰਸ ਪਏ ਹੁੰਦੇ ਨੇ। ਠੀਕ ਹੈ, ਸੌਰੀ, ਇੱਕ ਲੋਨ ਪੇਅਰ ਪਿਆ ਹੁੰਦਾ ਅਤੇ ਇਹਨੂੰ ਆਪਾਂ ਕੀ ਬੋਲ ਦਿੰਦੇ ਹਾਂ, ਟ੍ਰਿਪਲੇਟ ਬੋਲ ਦਿੰਦੇ ਹਾਂ। ਇੱਥੋਂ ਵੀ ਸੇਮ ਕੁਐਸਚਨ ਬਣਦਾ ਕਿ ਸਿੰਗਲੇਟ ਜਾਂ ਟ੍ਰਿਪਲੇਟ ਦੇ ਵਿੱਚੋਂ ਕਿਹੜਾ ਸਟੇਬਲ ਹੈ, ਤਾਂ ਤੁਸੀਂ ਬੋਲਣਾ ਜੀ ਟ੍ਰਿਪਲੇਟ ਸਟੇਬਲ ਹੈ। ਟ੍ਰਿਪਲੇਟ ਕਿਉਂ ਸਟੇਬਲ ਹੈ ਜੀ, ਕਿਉਂਕਿ ਉਹਦੀ ਐਨਰਜੀ ਕੀ ਹੁੰਦੀ ਹੈ, ਘੱਟ ਹੁੰਦੀ ਹੈ। ਠੀਕ ਹੈ, ਅੱਗੇ ਆ ਗਿਆ ਬੱਚੇ ਐਰਾਈਨਸ। ਐਰਾਈਨਸ ਕੀ ਹੁੰਦਾ ਤੁਹਾਨੂੰ, ਜਿਵੇਂ ਤੁਸੀਂ ਦੇਖੋ ਅੱਜ ਤੱਕ ਬੈਂਜੀਨ ਰਿੰਗ ਪੜ੍ਹੀ ਹੋਈ ਹੈ ਵੀ, ਆ ਬੈਂਜੀਨ ਰਿੰਗ ਹੈ। ਬੈਂਜੀਨ ਰਿੰਗ ਦੇ ਬਾਹਰ ਤੁਹਾਨੂੰ ਕੀ ਦਿਖ ਰਿਹਾ, ਇੱਕ ਐਕਸਟਰਾ ਕੀ ਦਿਖ ਰਿਹਾ, ਡਬਲ ਬੌਂਡ ਦਿਖ ਰਿਹਾ। ਠੀਕ ਹੈ, ਜਦੋਂ ਤੁਹਾਨੂੰ ਇੱਦਾਂ ਬੈਂਜੀਨ ਰਿੰਗ ਦੇ ਬਾਹਰ ਇੱਕ ਐਕਸਟਰਾ ਡਬਲ ਬੌਂਡ ਦਿਖਣ ਲੱਗ ਜੇ, ਤਾਂ ਉਹ ਚੀਜ਼ ਨੂੰ ਆਪਾਂ ਕੀ ਬੋਲ ਦਿੰਦੇ ਹਾਂ, ਐਰੀਨ ਦਾ ਨਾਮ ਦੇ ਦਿੰਦੇ ਹਾਂ। ਠੀਕ ਹੈ, ਕੀ ਬੋਲ ਦਿੰਦੇ ਹਾਂ, ਐਰੀਨ ਬੋਲ ਦਿੰਦੇ ਹਾਂ। ਹੁਣ ਐਰੀਨ ਦੀ ਫੋਰਮੇਸ਼ਨ ਕਿੱਦਾਂ ਹੁੰਦੀ ਆ, ਆਪਾਂ ਉਹ ਪੜ੍ਹਾਂਗੇ। ਤਾਂ ਇਹਦੇ ਵਿੱਚ ਕੋਈ ਵੀ ਇੱਕ ਰਿਐਕਸ਼ਨ ਕਰ ਲਿਓ ਜਿਹੜੀ ਤੁਹਾਨੂੰ ਈਜ਼ੀ ਲੱਗੀ। ਠੀਕ ਹੈ, ਉਹ ਵਾਲੀ ਕੋਈ ਵੀ ਇੱਕ ਕਰ ਲਿਓ। ਜਿਵੇਂ ਲੈਟ ਕਰ ਲਓ, ਆਪਾਂ ਪਹਿਲੀ ਕਰ ਰਹੇ ਹਾਂ। ਇੱਥੇ ਤੁਹਾਡੇ ਕੋਲ ਮਤਲਬ ਕਲੋਰੋਬੈਂਜੀਨ ਹੈ, H ਨੂੰ ਮੈਂ ਬਾਹਰ ਕੱਢ ਕੇ ਲਿਖ ਲਿਆ, ਨੋਟ ਸੋ ਮਤਲਬ ਕੋਈ ਜ਼ਿਆਦਾ ਵੱਡੀ ਪ੍ਰੋਬਲਮ ਨਹੀਂ। ਇੱਥੇ ਤੁਹਾਡੇ ਨਿਊਕਲੀਓਫਾਈਲ ਜਿਹਦੇ ਉੱਤੇ ਨੈਗੇਟਿਵ ਚਾਰਜ ਹੁੰਦਾ ਉਹਨੂੰ ਆਪਾਂ ਕੀ ਬੋਲਦੇ ਹਾਂ, ਨਿਊਕਲੀਓਫਾਈਲ ਬੋਲਦੇ ਹਾਂ। ਇਹਨੇ ਇੱਥੇ ਅਟੈਕ ਕੀਤਾ, ਇਹਨੇ ਆਪਣਾ ਡਬਲ ਬੌਂਡ ਇੱਥੇ ਡੋਨੇਟ ਕਰਤਾ, H ਇੱਥੋਂ ਟੁੱਟ ਗਿਆ, ਤੁਹਾਡੇ ਕੋਲ ਕੀ ਬਣ ਗਿਆ, ਬੈਂਜੀਨ, ਮਤਲਬ ਜਿਹੜਾ ਐਰਾਈਨ ਬਣਿਆ। ਠੀਕ ਹੈ, ਪਰ ਐਰਾਈਨ ਇੰਨਾ ਜ਼ਿਆਦਾ ਸਟੇਬਲ ਨਹੀਂ ਹੁੰਦਾ ਬੱਚੇ, ਕਿਉਂਕਿ ਇਹ ਇੰਟਰਮੀਡੀਏਟ ਹੁੰਦਾ। ਠੀਕ ਹੈ, ਜੇ ਤਾਂ ਇਸ ਥਾਂ 'ਤੇ ਆਪਾਂ ਰਿਐਕਸ਼ਨ ਰੋਕ ਲਈ ਤਾਂ ਆਪਾਂ ਨੂੰ ਇਹ ਐਜ਼ ਏ ਪ੍ਰੋਡਕਟ ਮਿਲ ਜੂਗਾ। ਅਗਰ ਆਪਾਂ ਰਿਐਕਸ਼ਨ ਨਾ ਰੋਕੀ ਤਾਂ ਇਹ ਫਰਦਰ ਵੀ ਜਿਹੜਾ ਆਪਾਂ ਪਹਿਲਾਂ ਲੈ ਕੇ ਚੱਲ ਰਹੇ ਸੀ ਪ੍ਰੋਡਕਟ, ਉਹਦੇ ਨਾਲ ਦੁਬਾਰਾ ਰਿਐਕਟ ਕਰਕੇ ਇਹਨੇ ਕੀ ਬਣਾ ਲੈਣਾ, ਐਨਿਲਿਨ ਬਣਾ ਲੈਣਾ। ਠੀਕ ਹੈ, ਇਹਦੇ ਇੱਕ ਦੂਸਰੀ ਰਿਐਕਸ਼ਨ ਹੈ, ਇਹ ਇਸ ਤੋਂ ਵੀ ਆਸਾਨ ਹੈ। ਜੇ ਤੁਸੀਂ ਇਹ ਕਰ ਸਕਦੇ ਹੋ ਤਾਂ ਇਹ ਵਾਲੀ ਕਰ ਲਿਓ, ਬੈਂਜੀਨ ਡਾਇਜ਼ੋਨੀਅਮ 2 ਕਾਰਬੋਕਸਿਲੇਟ ਲੈ ਲਿਓ। ਨਾਮ ਯਾਦ ਕਰਨ ਦੀ ਐਸ ਜ਼ਰੂਰਤ ਨਹੀਂ ਹੈਗੀ। ਇਹਨੂੰ ਤੁਸੀਂ ਇੱਥੋਂ N2 ਰਿਮੂਵ ਹੋਊਗੀ ਅਤੇ CO2 ਰਿਮੂਵ ਹੋਊਗੀ ਅਤੇ ਤੁਹਾਡੇ ਕੋਲ ਕੀ ਬਣ ਜੂਗਾ, ਮੀਨਜ਼ ਆਪਣੇ ਕੋਲ ਬੈਂਜ਼ਾਈਨ ਬਣ ਜੂਗਾ। ਠੀਕ ਹੈ, ਅੱਗੇ ਕੀ ਹੈ, ਡਿਟੈਕਸ਼ਨ ਹੈ ਕਿ ਆਪਾਂ ਨੂੰ ਕਿਵੇਂ ਪਤਾ ਲੱਗੂ ਕਿ ਆਪਣੀ ਕਿਸੇ ਰਿਐਕਸ਼ਨ ਦੇ ਵਿੱਚ ਬੈਂਜ਼ਾਈਨ ਬਣਿਆ ਜਾਂ ਨਹੀਂ ਬਣਿਆ। ਤਾਂ ਤੁਸੀਂ ਕੀ ਕਰਨਾ, ਆਹ ਦੋ ਰਿਐਕਸ਼ਨਸ ਨੇ। ਇੱਕ ਤਾਂ ਕੀ ਹੈ, ਬੈਂਜੀਨ ਨੂੰ ਜਦੋਂ ਤੁਸੀਂ ਦੂਸਰੇ ਬੈਂਜ਼ਾਈਨ ਨਾਲ ਰਿਐਕਟ ਕਰਾਓਗੇ, ਇਹ ਦੋਨੋਂ ਇੱਥੇ ਬ੍ਰਿਜ ਟਾਈਪ ਬਣਾ ਲੈਣਗੇ। ਇਹ ਵਾਲੀ ਡਿਟੈਕਸ਼ਨ ਕਰ ਸਕਦੇ ਹੋ ਤੁਸੀਂ ਵੀ, ਹਾਂਜੀ ਤੁਹਾਨੂੰ ਪਤਾ ਲੱਗਦਾ ਰਹੂਗਾ ਕਿ ਜਿਹੜਾ ਤੁਹਾਡਾ ਮਤਲਬ ਕੀ ਕਹਿ ਸਕਦੇ ਹਾਂ ਵੀ ਜਿਹੜਾ ਤੁਹਾਡਾ ਇੰਟਰਮੀਡੀਏਟ ਬਣਿਆ ਉਹ ਕੀ ਬਣਿਆ, ਬੈਂਜ਼ਾਈਨ ਬਣਿਆ। ਠੀਕ ਹੈ, ਅੱਗੇ ਆ ਗਿਆ ਨੇਚਰ ਆਫ ਰੀਐਜੈਂਟਸ। ਨੈਕਸਟ ਟੌਪਿਕ ਹੈ, ਇਹਦੇ ਵਿੱਚ ਕੀ ਹੁੰਦਾ, ਜਿਵੇਂ ਇੱਕ ਪ੍ਰੋਡਕਟ ਹੁੰਦਾ ਉਹਦੇ ਉੱਤੇ ਕੋਈ ਅਟੈਕ ਕਰਦਾ ਤਾਂ ਉਹਨੂੰ ਆਪਾਂ ਅਟੈਕਿੰਗ ਰੀਐਜੈਂਟ ਬੋਲਦੇ ਹਾਂ। ਅਟੈਕ ਰੀਐਜੈਂਟ ਤੋਂ ਬਾਅਦ ਤੁਹਾਡੇ ਕੋਲ ਕੀ ਬਣ ਜਾਂਦਾ, ਪ੍ਰੋਡਕਟ ਬਣ ਜਾਂਦਾ। ਤਾਂ ਆਪਾਂ ਇਹਨਾਂ ਬਾਰੇ ਪੜ੍ਹਦੇ ਹਾਂ। ਠੀਕ ਹੈ, ਕਹਿੰਦੇ ਇਨ ਅ ਰਿਐਕਸ਼ਨ ਬਿਟਵੀਨ ਐਨ ਆਰਗੈਨਿਕ ਐਂਡ ਇਨਆਰਗੈਨਿਕ ਸਬਸਟਾਂਸ। ਕਹਿੰਦੇ ਦਾ ਆਰਗੈਨਿਕ ਸਬਸਟਾਂਸ ਇਜ਼, ਕਹਿੰਦੇ ਇੱਕ ਤੁਹਾਡੇ ਕੋਲ ਆਰਗੈਨਿਕ ਸਬਸਟਾਂਸ ਹੈ, ਇੱਕ ਇਨਆਰਗੈਨਿਕ ਸਬਸਟਾਂਸ ਹੈ। ਠੀਕ ਹੈ, ਤਾਂ ਜਿਹੜਾ ਆਰਗੈਨਿਕ ਸਬਸਟਾਂਸ ਹੈ ਉਹ ਕਿੱਦਾਂ ਟਰੀਟ ਹੋਊਗਾ, ਮਤਲਬ ਰਿਐਕਟੈਂਟ ਦੀ ਤਰ੍ਹਾਂ। ਇਨਆਰਗੈਨਿਕ ਕਿੱਦਾਂ ਟਰੀਟ ਕਰੂਗਾ, ਜਿਹੜਾ ਉਹਦੇ ਉੱਤੇ ਅਟੈਕ ਕਰਨ ਦੀ ਤਰ੍ਹਾਂ, ਮੀਨਜ਼ ਉਹਦੇ ਉੱਤੇ ਅਟੈਕ ਕਰੂਗਾ। ਠੀਕ ਹੈ, ਅਗਰ ਤੁਹਾਡੇ ਕੋਲ ਦੋਨੋਂ ਦੇ ਦੋਨੋਂ ਕੀ ਹੋਣ, ਆਰਗੈਨਿਕ ਸਬਸਟਾਂਸ ਹੋਣ, ਦੋਨੋਂ ਦੇ ਦੋਨੋਂ ਤੁਹਾਡੇ ਕੋਲ ਕੀ ਨੇ, ਆਰਗੈਨਿਕ ਸਬਸਟਾਂਸ ਹੋਣ, ਤਾਂ ਜਿਹਦੇ ਵਿੱਚ ਕੀ ਹੋਊਗਾ, ਦ ਸਬਸਟਾਂਸ ਵਿਚ ਸਪਲਾਈਜ਼ ਅ ਕਾਰਬਨ ਐਟਮ ਇਨ ਦ ਫਾਰਮੇਸ਼ਨ ਆਫ ਨਿਊ ਬੌਂਡ ਬਿਟਵੀਨ ਕਾਰਬਨ ਐਟਮ ਐਂਡ ਹੀਟਰੋ ਐਟਮ ਇਜ਼ ਟ੍ਰੀਟਡ ਐਜ਼ ਏ ਸਬਸਟ੍ਰੇਟ। ਜਿਹਦੇ ਵਿੱਚ ਆਪਣੇ ਕੋਲ ਹੀਟਰੋ ਐਟਮ ਜ਼ਿਆਦਾ ਹੋਣ। ਹੀਟਰੋ ਐਟਮ ਕਿਹੜੇ ਹੁੰਦੇ ਨੇ, ਜਿਵੇਂ ਆਕਸੀਜਨ, ਸਲਫਰ, ਨਾਈਟ੍ਰੋਜਨ। ਉਹ ਕਿੱਦਾਂ, ਇਹਦੇ ਵਿੱਚ ਦੇਖੋ ਦੋ ਨੇ, ਇਹਦੇ ਵਿੱਚ ਕਿੰਨਾ, ਇੱਕ। ਤਾਂ ਇਹ ਰਿਐਕਟੈਂਟ ਦੀ ਤਰ੍ਹਾਂ ਮਤਲਬ ਟਰੀਟ ਹੋਊਗਾ, ਅਤੇ ਇਹ ਵਾਲਾ ਕਿਹਦੀ ਤਰ੍ਹਾਂ ਹੋਊਗਾ, ਜਿਵੇਂ ਅਟੈਕ ਕਰਦੇ ਹੁੰਦੇ ਨੇ ਬੱਚੇ। ਠੀਕ ਹੈ, ਅਗਰ ਦੋਨੋਂ ਆਰਗੈਨਿਕ ਸਬਸਟਾਂਸ ਹੋਣ ਤੁਹਾਡੇ ਕੋਲ ਤਾਂ ਕੀ ਹੋਊਗਾ, ਵਨ ਆਫ ਦਾ ਸਬਸਟਾਂਸ ਅਜ਼ਿਊਮ ਟੂ ਬੀ ਸਬਸਟ੍ਰੇਟ ਵਾਈਲ ਦਾ, ਜਿਹਨੂੰ ਮਰਜ਼ੀ ਇੱਕ ਨੂੰ ਅਟੈਕਿੰਗ ਲੈ ਲਓ ਅਤੇ ਦੂਸਰੇ ਨੂੰ ਕੀ ਲੈ ਲਓ, ਤੁਸੀਂ ਐਜ਼ ਏ ਰਿਐਕਟੈਂਟ ਦੀ ਤਰ੍ਹਾਂ ਲੈ ਸਕਦੇ ਹੋ। ਅੱਗੇ ਕਲਾਸੀਫਿਕੇਸ਼ਨ ਆਫ ਰੀਐਜੈਂਟ ਆ ਗਈ। ਦੇਖੋ ਫ੍ਰੀ ਰੈਡੀਕਲ ਬਾਰੇ ਆਪਾਂ ਪੜ੍ਹ ਚੁੱਕੇ ਹਾਂ। ਇਲੈਕਟ੍ਰੋਫਾਈਲ ਮੈਂ ਤੁਹਾਨੂੰ ਦੱਸਿਆ ਸੀ, ਜਿਹੜੇ ਇਲੈਕਟ੍ਰੋਨ ਲਵਿੰਗ ਹੋਣਗੇ, ਇਲੈਕਟ੍ਰੋਨ ਉੱਤੇ ਨੈਗੇਟਿਵ ਚਾਰਜ ਹੁੰਦਾ, ਮੀਨਜ਼ ਇਹਨਾਂ ਇਲੈਕਟ੍ਰੋਫਾਈਲ ਉੱਤੇ ਕਿਹੜਾ ਚਾਰਜ ਹੋਊਗਾ, ਪੋਜ਼ੀਟਿਵ। ਤਾਂ ਇਹ ਦੋ ਤਰ੍ਹਾਂ ਦੇ ਹੋ ਸਕਦੇ ਨੇ, ਜਾਂ ਤਾਂ ਪੋਜ਼ੀਟਿਵ ਚਾਰਜ ਹੋਵੇ, ਇੱਕ ਦੋ ਇਹਦੀ ਐਗਜ਼ਾਮਪਲ ਯਾਦ ਕਰ ਲਓ, ਜਿਵੇਂ Cl ਪੋਜ਼ੀਟਿਵ, NO2, ਜਾਂ ਨਿਊਟਰਲ ਵੀ ਹੋ ਸਕਦੇ ਨੇ, ਮੀਨਜ਼ ਇਹਨਾਂ ਉੱਤੇ ਕੋਈ ਵੀ ਚਾਰਜ ਨਾ ਹੋਵੇ। ਬੇਸਿਕਲੀ ਨਿਊਟਰਲ ਕਿਹੜੇ ਹੋਣਗੇ, ਜਿਨ੍ਹਾਂ ਕੋਲੇ ਮੀਨਜ਼ ਡੀ ਆਰਬਿਟਲ ਨਹੀਂ ਹੋਣਗੇ।
ਜਿਨ੍ਹਾਂ ਕੋਲੇ ਡੀ ਆਰਬਿਟਲ ਨਹੀਂ ਹੋਣਗੇ ਉਹਨਾਂ ਨੂੰ ਆਪਾਂ ਕੀ ਕਹਾਂਗੇ, ਨਿਊਟਰਲ। ਜਾਂ ਤੁਸੀਂ ਸਿੰਪਲ ਲਿਖ ਸਕਦੇ ਹੋ ਜਾਂ ਹੋਰ ਕੀ ਬੋਲ ਸਕਦੇ ਹੋ ਕਿ ਐਮਪਟੀ ਡੀ ਆਰਬਿਟਲਸ ਹੁੰਦੇ ਨੇ, ਮੀਨਸ ਡੀ ਆਰਬਿਟਲ ਦੇ ਵਿੱਚ ਕੋਈ ਵੀ ਇਲੈਕਟ੍ਰੋਨਸ ਨਹੀਂ ਹੁੰਦੇ ਤਾਂ ਉਹਨਾਂ ਨੂੰ ਆਪਾਂ ਕੀ ਬੋਲਦੇ ਹਾਂ, ਨਿਊਟਰਲ ਇਲੈਕਟ੍ਰੋਫਾਈਲ। ਸੇਮ ਤੁਹਾਡੇ ਕੋਲ ਨਿਊਕਲੀਓਫਾਈਲ ਆ ਜਾਣਗੇ। ਨਿਊਕਲੀਅਰ ਲਵਿੰਗ ਮੀਨਸ ਨਿਊਕਲੀਅਰ 'ਤੇ ਪੋਜ਼ੀਟਿਵ ਚਾਰਜ ਹੁੰਦਾ, ਇਹਨਾਂ ਉੱਤੇ ਕਿਹੜਾ ਚਾਰਜ ਹੋਊਗਾ, ਨੈਗੇਟਿਵ। ਤਾਂ ਜਾਂ ਤਾਂ ਇਹ ਨੈਗੇਟਿਵਲੀ ਚਾਰਜਡ ਹੋ ਸਕਦੇ ਨੇ ਜਾਂ ਤੁਹਾਡੇ ਕੋਲ ਨਿਊਟਰਲ। ਨਿਊਟਰਲ ਮੀਨਸ ਜਿਨ੍ਹਾਂ ਉੱਤੇ ਕੀ ਹੋਣਗੇ, ਲੋਨ ਪੇਅਰਸ ਹੋਣਗੇ, ਉਹਨਾਂ ਨੂੰ ਆਪਾਂ ਕੀ ਬੋਲ ਦਿੰਦੇ ਹਾਂ ਬੱਚੇ, ਨਿਊਟਰਲ ਬੋਲ ਦਿੰਦੇ ਹਾਂ। ਅੱਗੇ ਤੁਹਾਡੇ ਕੋਲ ਆਰਗੈਨਿਕ ਰਿਐਕਸ਼ਨ ਦੀ ਕਲਾਸੀਫਿਕੇਸ਼ਨ ਆ ਗਈ। ਸਭ ਤੋਂ ਪਹਿਲਾਂ ਤਾਂ ਸਬਸਟੀਟਿਊਸ਼ਨ ਹੁੰਦਾ ਜਾਂ ਡਿਸਪਲੇਸਮੈਂਟ। ਸਬਸਟੀਟਿਊਸ਼ਨ ਦਾ ਮਤਲਬ ਕੀ ਹੈ, ਜਿਵੇਂ CH4Cl2, ਇੱਕ Cl ਇੱਥੋਂ ਚਲਾ ਗਿਆ, ਉਹਦੀ ਥਾਂ 'ਤੇ ਇੱਕ H ਚਲਾ ਗਿਆ, ਉਹਦੀ ਥਾਂ 'ਤੇ ਕੀ ਲੱਗ ਗਿਆ, Cl, ਤਾਂ ਇਹਨੂੰ ਸਬਸਟੀਟਿਊਸ਼ਨ ਰਿਐਕਸ਼ਨ ਬੋਲ ਦਿੰਦੇ ਆ। ਠੀਕ ਹੈ, ਇਹਦੀ 1-2 ਐਗਜ਼ਾਮਪਲਸ ਨੇ ਤੁਹਾਡੀ ਬੁੱਕ ਦੇ ਵਿੱਚ, ਤਾਂ ਤੁਸੀਂ ਕੋਈ ਵੀ 2 ਐਗਜ਼ਾਮਪਲਸ ਕਰ ਲਓ, ਇਨਫ ਨੇ। ਜਿਵੇਂ ਮੰਨ ਲਓ ਇੱਥੇ NO2 ਨੇ ਅਟੈਕ ਕੀਤਾ, ਇੱਥੋਂ H ਚਲਾ ਗਿਆ ਅਤੇ ਤੁਹਾਡੇ ਕੋਲ ਕੀ ਲੱਗ ਗਿਆ, NO2 ਲੱਗ ਗਿਆ, ਤਾਂ ਇਹਨੂੰ ਆਪਾਂ ਸਬਸਟੀਟਿਊਸ਼ਨ ਬੋਲ ਦਿੰਦੇ ਹਾਂ। ਐਡੀਸ਼ਨ ਰਿਐਕਸ਼ਨਸ ਕਿਹੜੀਆਂ ਹੁੰਦੇ ਨੇ, ਜਿੱਥੋਂ ਕੁਛ ਵੀ ਬਾਹਰ ਨਹੀਂ ਜਾਂਦਾ, ਜਸਟ ਕੀ ਹੁੰਦਾ, ਐਡ ਅਪ ਹੁੰਦਾ। ਜਿਵੇਂ ਤੁਸੀਂ ਮਾਰਕੋਨਿਕ ਐਂਟੀ ਮਾਰਕੋਨਿਕ ਰੂਲ ਕਰਕੇ ਆਉਂਦੇ ਕਿ ਅਲਕੀਨ ਦੇ ਵਿੱਚ ਮੰਨ ਲਓ HBr ਜੋੜ, ਤਾਂ ਇੱਕ ਤਰਫ H ਲੱਗ ਗਿਆ, ਇੱਕ ਤਰਫ Br। ਸੇਮ CH2 ਇੱਥੇ Br2 ਲੱਗ ਗਿਆ, ਇੱਕ ਇੱਥੇ ਅਟੈਕ ਹੋ ਗਿਆ, ਇੱਕ ਇੱਥੇ ਹੋ ਗਿਆ, ਤਾਂ ਇਹਨੂੰ ਕੀ ਬੋਲ ਦਿੰਦੇ ਹਾਂ ਆਪਾਂ, ਐਡੀਸ਼ਨ ਰਿਐਕਸ਼ਨ ਬੋਲ ਦਿੰਦੇ ਹਾਂ। ਇਹਦੀ ਵੀ ਕੋਈ ਵੀ ਇੱਕ ਐਗਜ਼ਾਮਪਲ ਇਨਫ ਹੈ। ਮਾਰਕੋਨਿਕ ਵਾਲੀ ਹੀ ਦੇ ਰੱਖੀ ਹੈ ਇਹਨਾਂ ਨੇ, ਸੌਰੀ ਐਂਟੀ ਮਾਰਕੋਨਿਕ ਵਾਲੀ। ਅੱਗੇ ਐਲੀਮੀਨੇਸ਼ਨ। ਇੱਕ ਚੀਜ਼ ਦਾ ਧਿਆਨ ਰੱਖਿਓ ਬੱਚੇ, ਆਰਗੈਨਿਕ ਕੈਮਿਸਟਰੀ ਦੇ ਵਿੱਚ ਜਿੱਥੇ ਵੀ ਐਲਕੋਹਲਿਕ KOI, ਇੱਕ ਤਾਂ ਹੁੰਦਾ ਐਕੁਅਸ, ਠੀਕ ਹੈ, ਉਹ ਨਹੀਂ, ਜਿੱਥੇ ਐਲਕੋਹਲਿਕ KOH ਲਿਖਿਆ ਹੋਵੇ ਉੱਥੇ ਹਮੇਸ਼ਾ ਐਲੀਮੀਨੇਸ਼ਨ ਹੁੰਦੀ ਹੈ। ਮੀਨਸ ਕੁਛ ਨਾ ਕੁਛ ਹਮੇਸ਼ਾ ਕੀ ਨਿਕਲਦਾ, ਬਾਹਰ ਨਿਕਲਦਾ। ਠੀਕ ਹੈ, ਤਾਂ ਇੱਥੇ ਕੀ ਬਾਹਰ ਨਿਕਲਿਆ, H2O ਬਾਹਰ ਨਿਕਲਿਆ, ਤਾਂ ਇਹਨੂੰ ਕੀ ਬੋਲ ਦਿੰਦੇ ਆਪਾਂ, ਐਲੀਮੀਨੇਸ਼ਨ ਰਿਐਕਸ਼ਨ ਬੋਲ ਦਿੰਦੇ ਹਾਂ। ਯੂਨੀ ਐਲੀਮੀਨੇਸ਼ਨ ਰਿਐਕਸ਼ਨ ਕੀ ਹੋਊਗੀ, ਜਿਹਦੇ ਵਿੱਚ ਰੇਟ ਹੈ ਸਿਰਫ ਇੱਕ, ਰੇਟ ਆਫ ਰਿਐਕਸ਼ਨ ਹੈ ਸਿਰਫ ਇੱਕ ਮੋਲੀਕਿਊਲ ਦੇ ਉੱਪਰ ਡਿਪੈਂਡ ਹੁੰਦਾ ਹੋਵੇ। ਬਾਏ ਮੋਲੀਕਿਊਲਰ ਕੀ ਹੋਊਗੀ, ਜਿਹੜਾ ਤੁਹਾਡਾ ਰੇਟ ਆਫ ਰਿਐਕਸ਼ਨ ਹੈ ਉਹ ਤੁਹਾਡੇ 2 ਮੋਲੀਕਿਊਲਸ ਦੇ ਉੱਪਰ ਕੀ ਕਰਦਾ ਹੋਵੇ, ਡਿਪੈਂਡ ਕਰਦਾ ਹੋਵੇ। ਠੀਕ ਹੈ, ਤਾਂ ਇਹਦੇ ਆਹ ਵਾਲੀ ਕਰ ਲਿਓ ਯੂਨੀ ਦੀ, ਅਤੇ ਇਹਦੀ ਇੱਕ ਆਹ ਵਾਲੀ ਤੁਹਾਡੇ ਲਈ ਇਨਫ ਹੈ, ਵਾਧੂ ਕਰਨ ਦੀ ਜ਼ਰੂਰਤ ਨਹੀਂ ਹੈਗੀ ਬੱਚੇ। ਉਸ ਤੋਂ ਬਾਅਦ ਰੀਅਰੇਂਜਮੈਂਟ ਕਿਹੜੀਆਂ ਹੋ ਜਾਣਗੀਆਂ, ਜਿਵੇਂ Br ਇੱਥੇ ਲੱਗਿਆ ਸੀ, ਇਹਨੇ ਆਪਣੀ ਜਗ੍ਹਾ ਬਦਲ ਲਈ। AlCl3 ਦੀ ਪ੍ਰੈਜ਼ੈਂਸ ਦੇ ਵਿੱਚ ਆਪਣੀ ਜਗ੍ਹਾ ਬਦਲ ਲੈਂਦੇ ਨੇ। ਪਹਿਲਾਂ ਮੰਨ ਲਓ ਸੈਕੰਡਰੀ ਸੀ, ਫਿਰ ਕੀ ਇਹ ਸੈਕੰਡਰੀ ਸੀਗਾ, ਹੁਣ ਇਹ ਕਿਤੇ ਚਲਾ ਗਿਆ, ਪਹਿਲਾਂ ਇਹ ਪ੍ਰਾਇਮਰੀ ਸੀ, ਹੁਣ ਕਿਹਦੇ ਉੱਤੇ ਚਲਾ ਗਿਆ, ਸੈਕੰਡਰੀ ਉੱਤੇ ਚਲਾ ਗਿਆ, ਅਤੇ ਇਹਨੂੰ ਕੀ ਬੋਲਿਆ ਜਾਂਦਾ, ਰੀਅਰੇਂਜਮੈਂਟ ਬੋਲਿਆ ਜਾਂਦਾ। ਆਈਸੋਮਰਿਜ਼ਮ ਕੀ ਹੁੰਦਾ, ਕਿ ਮੰਨ ਲਓ ਪਹਿਲਾਂ ਟਰਾਂਸ ਸੀਗੇ, ਉਹ ਕਿਹੜੀ ਫਾਰਮ ਦੇ ਵਿੱਚ ਇੱਕ ਟਰਾਂਸ ਸੀਗਾ, ਇੱਕ ਸਿਸ ਫਾਰਮ, ਇਹਨਾਂ ਨੂੰ ਆਪਾਂ ਕੀ ਬੋਲ ਦਿੰਦੇ ਹਾਂ, ਆਈਸੋਮਰਸ ਬੋਲ ਦਿੰਦੇ ਹਾਂ। ਐਲਡੋਲ ਕੰਡੈਂਸੇਸ਼ਨ ਕੀ ਆ ਗਿਆ, ਐਸਟੈਲਡੇਹਾਈਡ ਹੁੰਦਾ ਹੈ, ਤੁਸੀਂ +2 ਦੇ ਵਿੱਚ ਵੀ ਕਰਕੇ ਆਏ ਹੋ। ਐਸਟੈਲਡੇਹਾਈਡ ਹੁੰਦਾ, ਇਹਨੂੰ ਡਾਇਲੂਟ NaOH ਨਾਲ ਰਿਐਕਟ ਕਰੋ, ਤੁਹਾਡੇ ਕੋਲ ਜਿਹੜਾ ਕੀਟੋਨਿਕ ਗਰੁੱਪ ਹੈ ਐਲਕੋਹਲਿਕ ਗਰੁੱਪ ਦੇ ਵਿੱਚ ਕਨਵਰਟ ਹੋ ਜਾਊਗਾ, ਇਹਨੂੰ ਆਪਾਂ ਕੀ ਬੋਲ ਦਿੰਦੇ ਹਾਂ, ਕੰਡੈਂਸੇਸ਼ਨ ਬੋਲ ਦਿੰਦੇ ਹਾਂ। ਅੱਗੇ ਮੋਲੀਕਿਊਲਰ ਰਿਐਕਸ਼ਨ ਆ ਗਿਆ। ਮੋਲੀਕਿਊਲਰ ਰਿਐਕਸ਼ਨ ਦੇ ਵਿੱਚ ਕੀ ਹੈ, ਜਿਵੇਂ ਤੁਹਾਨੂੰ ਆ ਬਿਊਟਾਡਾਈਨ ਦਿੱਤੀ ਹੋਈ ਹੈ, ਇਹ ਇੰਪੋਰਟੈਂਟ ਨੇ। ਇੱਕ ਤੁਹਾਡੇ ਕੋਲ ਆਊਗੀ ਇਲੈਕਟ੍ਰੋਸਾਈਕਲਿਕ, ਇੱਕ ਸਾਈਕਲਿਕ ਐਡੀਸ਼ਨ ਆਊਗੀ, ਦੋਨੋਂ ਇੰਪੋਰਟੈਂਟ ਨੇ ਬੱਚੇ। ਤੁਹਾਨੂੰ ਇਹਨੂੰ ਮਤਲਬ ਮੰਨ ਲਓ ਇਹ ਤੁਹਾਡੇ ਕੋਲ ਬਣਿਆ ਸੀ, ਆਹ ਵਾਲਾ ਇੱਥੇ ਹੋ ਗਿਆ, ਇਹ ਵਾਲਾ ਇੱਧਰ, ਤਾਂ ਤੁਹਾਡੇ ਕੋਲ ਇੱਦਾਂ ਦੀ ਇੱਕ ਟ੍ਰਾਂਜੀਸ਼ਨ ਸਟੇਟ ਬਣ ਗਈ, ਅਤੇ ਫਰਦਰ ਤੁਹਾਡੇ ਕੋਲ ਸਾਈਕਲੋਬਿਊਟੇਨ ਬਣ ਗਿਆ, ਤਾਂ ਇਹਨੂੰ ਇਲੈਕਟ੍ਰੋਸਾਈਕਲਿਕ ਰਿਐਕਸ਼ਨ ਬੋਲਦੇ ਨੇ। ਬਹੁਤ ਇੰਪੋਰਟੈਂਟ ਹੈ, ਪੇਪਰ ਵਿੱਚ ਵੀ ਆਉਂਦੀ ਹੈ। ਨੈਕਸਟ ਸਾਈਕਲੋ ਐਡੀਸ਼ਨ ਰਿਐਕਸ਼ਨ ਹੈ, ਇਹਨੂੰ ਤੁਸੀਂ 4+2 ਵੀ ਬੋਲ ਸਕਦੇ ਹੋ। ਕੀ ਬੋਲਦੇ, 4+2 ਵੀ ਬੋਲਦੇ ਹੋ ਇਹਨੂੰ ਤੁਸੀਂ, ਜਾਂ ਇਹਨੂੰ ਤੁਸੀਂ ਡਾਈਈਨ ਪਲੱਸ ਡਾਈਨੋਫਾਈਲ, ਆਹ ਵਾਲੀ ਰਿਐਕਸ਼ਨ ਦਾ ਨਾਮ ਵੀ ਦਿੱਤਾ ਜਾਂਦਾ ਹੈ ਇਹਨੂੰ। ਠੀਕ ਹੈ, ਇਹ ਵਾਲੀ ਰਿਐਕਸ਼ਨ ਕਰਨੀ ਹੈ ਤਾਂ ਆਪਣੇ ਕੋਲ ਕੀ ਬਣਦਾ, ਸਾਈਕਲੋਹੈਕਸੀਨ ਬਣਦਾ ਬੱਚੇ, ਇਹਨੂੰ ਆਪਾਂ ਸਾਈਕਲੋ ਐਡੀਸ਼ਨ ਰਿਐਕਸ਼ਨ ਬੋਲਦੇ ਹਾਂ। ਠੀਕ ਹੈ, ਆਪਾਂ ਜਿਹੜਾ ਨੈਕਸਟ ਹੈ ਇਹ ਬਹੁਤ ਇੰਪੋਰਟੈਂਟ ਹੈ ਬਈ, ਫਾਰਮਲ ਚਾਰਜ ਅਸਾਈਨ ਕਰਨਾ, ਮੀਨਸ ਨੂਮੈਰੀਕਲ ਜੇ ਨੇ, ਇਹ ਵਾਲਾ ਆਪਾਂ ਕੱਲ੍ਹ ਕਰਾਂਗੇ। ਠੀਕ ਹੈ, ਇੱਥੇ ਤੱਕ ਤੁਸੀਂ ਆਪਣਾ ਚੈਪਟਰ ਪ੍ਰਪੇਅਰ ਕਰ ਲੈਣਾ।